ਪ੍ਰਾਈਮ ਡਿਬੇਟ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਯੂਰਪ ਵਿੱਚ ਸੰਗਤ ਟੈਲੀਵਿਜ਼ਨ ਅਤੇ ਉੱਤਰੀ ਅਮਰੀਕਾ ਵਿੱਚ ਗਲੋਬਲ ਪੰਜਾਬ ਦੇ ਦਰਸ਼ਕਾਂ ਦਾ ਵੀ ਸਵਾਗਤ ਕਰਦੇ ਹਾਂ। ਕੌਮਾਂਤਰੀ ਮੰਡੀ ਵਿੱਚ ਰੁਪਈਏ ਦੀ ਕੀਮਤ ਲਗਾਤਾਰ ਘਟ ਰਹੀ ਹੈ। ਇਸ ਵੇਲੇ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਏ ਦੀ ਕੀਮਤ ਤਕਰੀਬਨ 60 ਰੁਪਏ ਹੋ ਗਈ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਰੁਪਈਏ ਦੀ ਕੀਮਤ ਘਟਣ ਨਾਲ ਸਮੁੱਚੇ ਮੁਲਕ ਦੇ ਅਰਥਚਾਰੇ ਉੱਤੇ ਅਸਰ ਪੈਂਦਾ ਹੈ। ਨਿਵੇਸ਼ ਅਤੇ ਕਰਜ਼ਾ ਬਾਜ਼ਾਰ ਅਸਰਅੰਦਾਜ਼ ਹੁੰਦੇ ਨੇ। ਇਸ ਦੇ ਪਿੱਛੇ ਕੀ ਕਾਰਨ ਨੇ, ਇਸ ਦਾ ਕਿੰਨਾ ਕੁ ਅਸਰ ਫੌਰੀ ਹੈ ਤੇ ਕਿੰਨਾ ਕੁ ਚਿਰਕਾਲੀ, ਇਸ ਹਾਲਾਤ ਵਿੱਚੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ। ਕੌਮਾਂਤਰੀ ਵਪਾਰ ਅਮਰੀਕੀ ਡਾਲਰ ਰਾਹੀਂ ਹੁੰਦਾ ਹੈ। ਹਾਲਾਂਕਿ 17 ਯੂਰਪੀ ਮੁਲਕਾਂ ਨੇ ਯੂਰੋਜ਼ੋਨ ਦੇ ਨਾਂ ਹੇਠ ਸਾਂਝੀ ਮੁਦਰਾ ਯੂਰੋ ਨਾਲ ਆਪਸ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਹੈ, ਪਰ ਕੌਮਾਂਤਰੀ ਪੱਧਰ ਉਤੇ ਹਾਲੇ ਵੀ ਅਮਰੀਕੀ ਡਾਲਰ ਦੀ ਸਰਦਾਰੀ ਕਾਇਮ ਹੈ। ਪਹਿਲੀ ਵਾਰ ਡਾਲਰ ਦੀ ਕੀਮਤ 60 ਰੁਪਏ ਤੋਂ ਵੱਧ ਗਈ ਹੈ। ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੋ ਰਹੇ ਰੁਪਏ ਬਾਬਤ ਯੋਜਨਾ ਕਮਿਸ਼ਨ ਦੇ ਚੇਅਰਮੈਨ ਮੋਂਟੇਕ ਸਿੰਘ ਆਲੂਵਾਲੀਆ ਦਾ ਕਹਿਣਾ ਹੈ ਕਿ ਇਸ ਰੁਝਾਨ ਦਾ ਰਿਸ਼ਤਾ ਰੁਪਏ ਦੀ ਆਪਣੀ ਸਿਹਤ ਦੀ ਥਾਂ ਅਮਰੀਕਾ ਦੇ ਫੈਡਰਲ ਰਿਜ਼ਰਵ ਨਾਲ ਜ਼ਿਆਦਾ ਹੈ। ਅਮਰੀਕਾ ਆਪਣੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਕਈ ਤਰ੍ਹਾਂ ਦੀਆਂ ਵਿੱਤੀ ਪਹਿਲਕਦਮੀਆਂ ਕਰ ਰਿਹਾ ਸੀ, ਜਿਸ ਦਾ ਅਸਰ ਅਮਰੀਕੀ ਡਾਲਰ ਦੀ ਮਜ਼ਬੂਤੀ ਵਿੱਚ ਨਜ਼ਰ ਆਇਆ ਹੈ। ਅਮਰੀਕੀ ਡਾਲਰ ਦੀ ਕੀਮਤ 60 ਰੁਪਏ ਤੋਂ ਵੱਧ ਜਾਣ ਨਾਲ ਭਾਰਤ ਵਿੱਚ ਅਮਰੀਕੀ ਕਮਾਈ ਭੇਜਣ ਵਾਲਿਆਂ ਨੂੰ ਫੌਰੀ ਫਾਇਦਾ ਹੋਵੇਗਾ। ਇਸ ਦੇ ਨਾਲ ਵਿਦੇਸ਼ਾਂ ਵਿੱਚ ਬੱਚੇ ਪੜ੍ਹਾ ਰਹੇ ਭਾਰਤੀਆਂ ਉੱਤੇ ਵਾਧੂ ਬੋਝ ਪਵੇਗਾ। ਨਿਵੇਸ਼ ਦੇ ਮਾਮਲੇ ਵਿੱਚ ਕੌਮਾਂਤਰੀ ਹਿਲਜੁਲ ਹੋ ਰਹੀ ਹੈ। ਛੋਟੇ ਮਿਆਦ ਦੇ ਨਿਵੇਸ਼ ਉੱਤੇ ਫੌਰੀ ਅਸਰ ਹੁੰਦਾ ਹੈ ਅਤੇ ਇਹ ਘਟ ਜਾਂਦਾ ਹੈ। ਇਸ ਨਾਲ ਬਰਾਮਦ ਘਟ ਜਾਂਦੀ ਹੈ ਅਤੇ ਦਰਾਮਦ ਵੱਧ ਜਾਂਦੀ ਹੈ। ਹੁਣ ਦੇਖਣਾ ਇਹ ਹੋਏਗਾ ਕਿ ਭਾਰਤੀ ਰਿਜ਼ਰਵ ਬੈਂਕ ਅਤੇ ਹੋਰ ਵਿੱਤੀ ਅਦਾਰੇ ਇਸ ਰੁਝਾਨ ਨੂੰ ਠੱਲ ਪਾਉਣ ਲਈ ਕੀ ਪਹਿਲਕਦਮੀਆਂ ਕਰਦੇ ਨੇ। ਇਸ ਦੇ ਨਾਲ ਹੀ ਕੌਮਾਂਤਰੀ ਵਿੱਤੀ ਅਦਾਰਿਆਂ ਦੀ ਭੂਮਿਕਾ ਵੀ ਦਿਲਚਸਪ ਰਹੇਗੀ। ਸਾਡੇ ਅਰਥਚਾਰੇ ਦੀ ਟੇਕ ਕੌਮਾਂਤਰੀ ਮੰਡੀ ਉੱਤੇ ਲਗਾਤਾਰ ਰਹਿੰਦੀ ਹੈ। ਮਸਲਨ ਕੱਚਾ ਤੇਲ ਕੌਮਾਂਤਰੀ ਮੰਡੀ ਵਿੱਚੋਂ ਅਮਰੀਕੀ ਡਾਲਰ ਨਾਲ ਖਰੀਦਣਾ ਪੈਂਦਾ ਹੈ। ਜਦੋਂ ਅਮਰੀਕੀ ਡਾਲਰ ਮਹਿੰਗਾ ਹੋ ਰਿਹਾ ਹੈ ਤਾਂ ਕੱਚੇ ਤੇਲ ਦੀਆਂ ਕੌਮਾਂਤਰੀ ਕੀਮਤਾਂ ਭਾਵੇਂ ਨਾ ਵਧਣ, ਪਰ ਸਾਨੂੰ ਇਹ ਮਹਿੰਗਾ ਪੈਂਦਾ ਹੈ। ਇਹੋ ਦਲੀਲ ਹੋਰ ਦਰਾਮਦਾਂ ਉੱਤੇ ਵੀ ਲਾਗੂ ਹੁੰਦੀ ਹੈ, ਜਿਸ ਵਿੱਚ ਨਿਵੇਸ਼ ਅਤੇ ਕਰਜ਼ਾ ਸ਼ਾਮਿਲ ਹੈ। ਇਸ ਰੁਝਾਨ ਨੂੰ ਸਮਝਣ ਲਈ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਪ੍ਰੋਫੈਸਰ ਉਪਿੰਦਰ ਕੌਰ ਸਾਹਨੀ, ਜੋ ਪੰਜਾਬ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਪੜ੍ਹਾਉਂਦੇ ਨੇ, ਹਰਕ੍ਰਿਸ਼ਨ ਸਿੰਘ ਮਹਿਤਾ, ਜੋ ਸਮਾਜ ਸ਼ਾਸਤਰੀ ਨੇ, ਸਰਬਜੀਤ ਪੰਧੇਰ, ਜੋ ਸੀਨੀਅਰ ਪੱਤਰਕਾਰ ਨੇ ਅਤੇ ਦਾ ਹਿੰਦੂ ਅਖਬਾਰ ਵਿੱਚ ਕੰਮ ਕਰਦੇ ਨੇ। ਤੁਹਾਡਾ ਸਾਰਿਆਂ ਦਾ ਅੱਜ ਦੀ ਚਰਚਾ 'ਚ ਸਵਾਗਤ ਹੈ। ਮੈਮ, ਜਿਹੜਾ ਇਹ ਰੁਝਾਨ ਹੈ ਕਿ ਰੁਪਈਏ ਦੀ ਕੀਮਤ ਲਗਾਤਾਰ ਘਟ ਰਹੀ ਹੈ ਡਾਲਰ ਦੇ ਮੁਕਾਬਲੇ 'ਚ, ਇਹ ਬੜਾ ਪੇਚੀਦਾ ਜਿਹਾ ਮਸਲਾ ਹੈ। ਮਤਲਬ ਇੱਕ ਗੱਲ ਤਾਂ ਸਮਝ ਆਉਂਦੀ ਹੈ ਕਿ ਵੀ $1 ਹੁਣ 59 ਰੁਪਏ ਤੋਂ ਵੱਧ ਦਾ ਮਿਲੇਗਾ, 60 ਦੇ ਕਰੀਬ ਮਿਲੇਗਾ ਜਾਂ 60 ਤੋਂ ਵੀ ਮਹਿੰਗਾ ਮਿਲੇਗਾ, ਪਰ ਇਹਦੇ ਪਿੱਛੇ ਜਿਹੜਾ ਰੁਝਾਨ ਹੈ ਇਹਦਾ ਜ਼ਰਾ ਖੁਲਾਸਾ ਕਰੋ। ਇਹ ਇੱਕ ਬੜੀ ਕੰਪਲੈਕਸ ਸਿਚੁਏਸ਼ਨ ਹੈ। ਇਹਦੇ ਵਿੱਚ ਸਿਰਫ ਇੰਡੀਅਨ ਇਕੋਨਮੀ ਦਾ ਜਿਹੜਾ ਹੈਗਾ ਹੈ ਪਰਫਾਰਮੈਂਸ, ਸਿਰਫ ਉਹਦਾ ਰੋਲ ਨਹੀਂ ਹੈ। ਇਹਦੇ ਵਿੱਚ ਇੰਟਰਨੈਸ਼ਨਲ ਇਕੋਨਮੀਜ਼, ਖਾਸ ਕਰਕੇ US ਦੀ ਇਕੋਨਮੀ ਦਾ ਬਹੁਤ ਜ਼ਿਆਦਾ ਰੋਲ ਹੈ ਔਰ ਇਹਦਾ ਜਿਹੜਾ ਇੰਪੈਕਟ ਹੈ ਇਹ ਗਲੋਬਲ ਇੰਪੈਕਟ ਹੋਏਗਾ। ਹਾਲਾਂਕਿ ਸਾਨੂੰ ਤਾਂ ਬਹੁਤ ਇਮੀਡੀਏਟ ਇੰਪੈਕਟ ਆਪਣਾ ਰੁਪਏ ਦੀ ਕੀਮਤ ਘਟਣ ਕਰਕੇ ਹੋ ਰਿਹਾ ਹੈ ਔਰ ਜਿਹੜਾ ਇਹ ਕਰੰਟ ਅਕਾਊਂਟ ਡੈਫਿਸਿਟ ਹੈ ਸਾਡਾ, ਉਹ ਬਹੁਤ ਜ਼ਿਆਦਾ ਵੱਧਦਾ ਜਾ ਰਿਹਾ ਹੈ ਐਜ਼ ਅ ਪਰਸੈਂਟੇਜ ਆਫ GDP ਓਵਰਆਲ। ਮਤਲਬ ਜਿਹੜਾ ਸਾਡਾ ਚਾਲੂ ਖਾਤਾ ਹੈ ਕੌਮਾਂਤਰੀ ਪੱਧਰ ਦੇ ਉੱਤੇ, ਉਹਦੇ ਵਿੱਚ ਸਾਡਾ ਕਰਜ਼ਾ ਵੱਧ ਰਿਹਾ ਹੈ ਔਰ ਉਹਦੇ ਵਿੱਚ ਸਾਨੂੰ ਕਾਫੀ ਨੁਕਸਾਨ ਪਹੁੰਚ ਰਿਹਾ ਹੈ ਔਰ ਕਿਸੇ ਵੀ ਇਕੋਨਮੀ ਵਾਸਤੇ ਇਹ ਚੀਜ਼ ਵੱਧਦੇ ਜਾਣਾ ਬਹੁਤ ਜ਼ਿਆਦਾ ਠੀਕ ਨਹੀਂ ਹੈ ਔਰ ਇਹਨੂੰ ਅਰੈਸਟ ਕਰਨ ਵਾਸਤੇ ਬੜੇ ਸਟੈਪ ਗਵਰਨਮੈਂਟ ਨੂੰ ਲੈਣੇ ਪੈਂਦੇ ਨੇ। ਪਰ ਇਸ ਵਕਤ ਜੋ ਅਸੀਂ ਦੇਖ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ ਕਿ ਲਗਾਤਾਰ ਜਿਹੜੀ ਰੁਪਏ ਦੀ ਕੀਮਤ ਘਟਦੀ ਜਾ ਰਹੀ ਹੈ ਤੇ ਗਵਰਨਮੈਂਟ ਨੇ ਅਜੇ ਤੱਕ ਕੋਈ ਸੋਲਿਡ ਸਟੈਪ ਨਹੀਂ ਲਿੱਤਾ ਇਹਦੇ ਵਾਸਤੇ। ਉਹਦਾ ਜਿਹੜਾ ਡਾਇਰੈਕਟ ਇੰਪੈਕਟ ਹੈ ਉਹ ਰੂਟੀਨ ਲਾਈਫ 'ਤੇ ਵੀ ਹੁਣ ਬਹੁਤ ਜਲਦੀ ਨਜ਼ਰ ਆਉਣ ਵਾਲਾ ਹੈ, ਕਿਉਂਕਿ ਜਿਹੜੀਆਂ ਰੋਜ਼ਾਨਾ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਇੰਪੋਰਟ ਕੰਟੈਂਟ ਹੈ, ਖਾਸ ਕਰਕੇ ਜਿਵੇਂ ਤੁਸੀਂ ਕਿਹਾ ਕਿ ਤੇਲ ਦੀਆਂ ਕੀਮਤਾਂ ਵਧਣ ਦੇ ਨਾਲ ਉਹਦੇ ਨਾਲ ਹਰ ਚੀਜ਼ ਦੀ ਕੀਮਤ ਵੱਧ ਜਾਂਦੀ ਹੈ, ਕਾਸਟ ਆਫ ਲਿਵਿੰਗ ਵੱਧ ਜਾਂਦੀ ਹੈ ਔਰ ਬਾਕੀ ਫਿਰ ਕੁਝ ਐਸੀਆਂ ਚੀਜ਼ਾਂ ਨੇ ਜਿਵੇਂ ਕਿ ਡਰੱਗਸ ਨੇ, ਉਹਦੇ ਵਿੱਚ ਕੀ ਹੈ ਕਿ ਦਵਾਈਆਂ ਦੀਆਂ ਕੀਮਤਾਂ ਵੱਧਦੀਆਂ ਜਿਨ੍ਹਾਂ 'ਚ ਜ਼ਿਆਦਾ ਇੰਪੋਰਟ ਕੰਟੈਂਟ ਹੁੰਦਾ ਹੈ। ਜਿਹੜੀਆਂ ਵੀ ਚੀਜ਼ਾਂ ਦੂਜੇ ਮੁਲਕਾਂ 'ਚੋਂ ਆਉਂਦੀਆਂ ਨੇ, ਜਿਹੜੀਆਂ ਅਸੀਂ ਡਾਲਰ ਦੇ ਵਿੱਚ ਖਰੀਦਣੀਆਂ ਨੇ, ਉਹ ਸਾਡੇ ਮੁਲਕ ਦੇ ਵਿੱਚ ਮਹਿੰਗੀਆਂ ਹੋ ਜਾਣਗੀਆਂ ਜੀ। ਪਰ ਕਈ ਚੀਜ਼ਾਂ ਦਾ ਸਾਡੇ ਮੁਲਕ ਵਿੱਚ ਫਾਇਦਾ ਵੀ ਹੋਣ ਵਾਲਾ ਹੈ, ਪਰ ਉਹ ਨੈਟ ਰਿਜ਼ਲਟ ਕੀ ਹੈ ਉਹ ਤਾਂ ਟਾਈਮ ਨਾਲ ਪਤਾ ਲੱਗੇਗਾ। ਹੁਣ ਜਿਸ ਤਰ੍ਹਾਂ ਅਸੀਂ ਸੌਫਟਵੇਅਰ ਸਰਵਿਸਿਜ਼ ਐਕਸਪੋਰਟ ਕਰਦੇ ਹਾਂ, TCS ਹੈ, ਇਨਫੋਸਿਸ ਹੈ, ਜਾਂ ਕਈ ਡਰੱਗ ਫਾਰਮਾਸਿਊਟੀਕਲ ਕੰਪਨੀਜ਼ ਨੇ ਉਹ ਡਰੱਗਸ ਵੇਚਦੀਆਂ ਨੇ, ਜਿਸ ਤਰ੍ਹਾਂ ਡਾਕਟਰ ਰੈਡੀਜ਼ ਹੈ, ਲਿਊਪਿਨ, ਵੌਕਹਾਰਡ ਵਗੈਰਾ, ਇਹ ਸਾਰਿਆਂ ਨੂੰ ਫਾਇਦਾ ਹੋਏਗਾ ਕਿਉਂਕਿ ਇਹ ਐਕਸਪੋਰਟ ਕਰਦੇ ਨੇ। ਪਰ ਨੈਟ ਰਿਜ਼ਲਟ ਕੀ ਹੈ, ਕਿਉਂਕਿ ਐਕਸਪੋਰਟ ਦੇ ਵਿੱਚ ਇੰਪੋਰਟ ਦਾ ਵੀ ਕੰਟੈਂਟ ਹੁੰਦਾ ਹੈ, ਸੋ ਉਹ ਸਾਰੀਆਂ ਚੀਜ਼ਾਂ ਨੂੰ ਅਜੇ ਟਾਈਮ ਨਾਲ ਹੀ ਪਤਾ ਲੱਗੇਗਾ ਕਿ ਕੀ ਇੰਪੈਕਟ ਹੈ। ਪਰ ਇਮੀਡੀਏਟ ਇੰਪੈਕਟ ਕਈ ਚੀਜ਼ਾਂ 'ਤੇ ਦਿਖਾਈ ਦੇ ਰਿਹਾ, ਜਿਵੇਂ ਕਿ ਤੁਸੀਂ ਆਲਰੇਡੀ ਦੱਸ ਚੁੱਕੇ ਹੋ ਕਿ ਜਿਹੜੇ ਬੱਚੇ ਬਾਹਰ ਪੜ੍ਹਦੇ ਨੇ
ਉਹਨਾਂ ਦੀਆਂ ਫੀਸਾਂ, ਉਹਨਾਂ ਦੀ ਕਾਸਟ ਆਫ ਲਿਵਿੰਗ ਵੱਧ ਗਈ ਹੈ, ਜੀ। ਜਾਂ ਜਿਹੜੇ ਇੱਧਰ ਆਪਣੀ ਪੈਸਾ ਭੇਜ ਰਹੇ ਨੇ ਜੀ। ਉਹਦੇ 'ਚ ਫਾਇਦਾ ਹੋ ਰਿਹਾ ਜੀ। ਹੈ ਕਿ ਡਾਲਰ ਮਹਿੰਗਾ ਹੋ ਰਿਹਾ ਹੈ। ਜੀ ਪ੍ਰੋਫੈਸਰ ਮਹਿਤਾ, ਤੁਸੀਂ ਲਗਾਤਾਰ ਪੋਲੀਟੀਕਲ ਇਕਨੋਮੀ ਸਟੱਡੀ ਕਰਦੇ ਹੋ, ਇਸ ਜਿਹੜੇ ਮੁੱਦੇ ਦੇ ਵਿੱਚ ਤੁਸੀਂ ਕਿੰਨੀ ਕੁ ਸਿਆਸਤ ਦੇਖਦੇ ਹੋ ਤੇ ਕਿੰਨਾ ਕੁ ਅਰਥ ਸ਼ਾਸਤਰ ਵੇਖਦੇ ਹੋ? ਇਹ ਬੜੇ ਦਰਸ਼ਕਾਂ ਨੂੰ ਸ਼ਾਇਦ ਯਾਦ ਨਾ ਹੋਵੇ ਤੇ ਯਾਦ ਕਰਾਉਣ ਦੀ ਲੋੜ ਸਮਝ ਰਿਹਾ ਮੈਂ ਕਿ ਜਿਸ ਵਕਤ ਨਵੀਂ ਆਰਥਿਕ ਨੀਤੀ ਸ਼ੁਰੂ ਹੋਈ 20 ਸਾਲ ਪਹਿਲਾਂ, ਉਸ ਵੇਲੇ 10 ਰੁਪਏ ਦਾ ਡਾਲਰ ਸੀ, ਲਗਭਗ 10.25 ਕਦੀ $10 ਅਰਾਊਂਡ ਦੈਟ ਕਾਈਂਡ ਆਫ ਥਿੰਗ। 40-45 ਤੋਂ ਨਾਰਮਲੀ ਹੋ ਗਿਆ ਜੀ। ਰਿਹਾ ਵੇ ਕਾਫੀ ਦੇਰ ਤੋਂ, 2-3 ਸਾਲ ਤੋਂ। ਤੇ ਇੱਕ ਹੋਰ ਬੜੀ ਅਜੀਬ ਕੰਟਰਡਿਕਸ਼ਨ ਹੈ, ਉਹ ਇਹ ਵੇ ਕਿ ਜਦੋਂ ਕੀਮਤ ਤੁਹਾਡੇ ਰੁਪਏ ਦੀ ਘਟੇਗੀ ਤਾਂ ਐਕਸਪੋਰਟ ਤਾਂ ਵਧਣੀਆਂ ਚਾਹੀਦੀਆਂ ਸਨ ਨਾ, ਪਰ ਐਕਸਪੋਰਟਸ ਵਧਣ ਦੇ ਬਾਵਜੂਦ ਵੀ ਇੱਕ ਵੀ ਸਾਲ ਨਹੀਂ, ਮਤਲਬ 1991 ਤੋਂ ਬਾਅਦ ਇੱਕ ਵੀ ਸਾਲ ਨਹੀਂ ਜਿਸ ਵਾਰੀ ਸਾਡੇ ਟ੍ਰੇਡ ਬੈਲੈਂਸ ਇੰਡੀਆ ਦੇ ਹੱਕ ਵਿੱਚ ਹੋਇਆ ਹੋਵੇ। ਟ੍ਰੇਡ ਬੈਲੈਂਸ ਹਮੇਸ਼ਾ ਪਰ ਨੈਗੇਟਿਵ ਜਿਵੇਂ ਡਾਲਰ ਪਿਛਲੇ ਸਾਲ ਜਿਹੜਾ ਸਸਤਾ ਹੋ ਕੇ ਉਹ ਤਕਰੀਬਨ 40 ਦੇ ਨੇੜੇ ਚਲਾ ਗਿਆ ਸੀ, ਇੱਕ ਵਾਰ ਚਲਾ ਗਿਆ ਸੀਗਾ ਉਦੋਂ, 42-43 ਤੋਂ ਨਹੀਂ ਘਟਿਆ ਪਿਛਲੇ 2 ਸਾਲ ਤੋਂ। ਪਰ ਇੱਕ ਵਾਰ 55 ਤੋਂ ਆ ਕੇ ਮੁੜ ਕੇ ਚਲਾ ਗਿਆ ਸੀ 42-43 ਦੇ ਉੱਤੇ, ਉਹ 10 ਰੁਪਏ ਦਾ ਤਾਂ ਫਰਕ ਪਿਆ ਸੀਗਾ ਇੱਕ ਵਾਰ। ਹਾਂ, ਲੇਕਿਨ ਵੈਸੇ ਕਿਸੇ ਸਟੇਜ ਤੇ ਵੀ ਕੀਮਤ ਦੀ ਘਟੀ ਜਾਂ ਵਧੀ, ਕਿੱਥੇ 10 ਰੁਪਏ ਕਿੱਥੇ 60 ਰੁਪਏ ਜੀ। ਤੇ ਲੇਕਿਨ ਜੇ 6 ਗੁਣੀ ਐਕਸਪੋਰਟਸ ਹੋ ਜਾਣੀ ਚਾਹੀਦੀਆਂ ਸਨ, ਨਹੀਂ ਜੀ। ਗੱਲ ਇਹ ਵੇ ਕਿ ਅਸੀਂ ਕੀ ਇੰਪੋਰਟ ਕਰਦੇ ਹਾਂ, ਕੀ ਐਕਸਪੋਰਟ ਕਰਦੇ ਹਾਂ, ਤੇ ਸਾਡੀ ਇੰਡਸਟਰੀ ਕਿਸ ਚੀਜ਼ ਵੀ, ਸਾਡੀਆਂ ਜਿਹੜੀਆਂ ਲੀਡਿੰਗ ਇੰਡਸਟਰੀਜ਼ ਹੈ, ਜੀ। ਮਿਸਾਲ ਦੇ ਤੌਰ ਤੇ ਆਟੋਮੋਬਾਈਲ ਇੰਡਸਟਰੀ। ਜੀ। ਆਟੋਮੋਬਾਈਲ ਇੰਡਸਟਰੀ ਦੇ ਵਿੱਚ ਬਹੁਤ ਸਾਰਾ ਸਬਸਟੈਂਸ਼ੀਅਲ ਕੰਟੈਂਟ ਜਿਹੜਾ ਵੇ 20% ਤੋਂ ਲੈ ਕੇ 50-60% ਤੱਕ ਹਰ ਕਾਰ ਦੇ ਵਿੱਚ ਜਿਹੜਾ ਵੇ ਉਹ ਡਿਪੈਂਡਿੰਗ ਅਪਨ ਦ ਡਿਫਰੈਂਟ ਮਾਡਲਸ ਐਂਡ ਡਿਫਰੈਂਟ ਕੰਪਨੀਜ਼, ਉਹਨਾਂ ਦੇ ਕਿਸ ਕਿਸ ਦਾ ਵੇ ਉਹ ਜਿਹੜੀ ਇਹ ਇੰਪੋਰਟਡ ਕੰਟੈਂਟ ਹੈ, ਜੀ। ਉਸ ਦੀ ਕੀਮਤ ਵਧਣੀ ਜੀ। ਉਸ ਦੀ ਕੀਮਤ ਵਧ ਰਹੀ ਹੈ ਸਾਈਮਲਟੇਨੀਅਸਲੀ, ਯਾਨੀ ਲਕਸ਼ਰੀ ਆਈਟਮਸ ਦੀ ਤੇ ਵਧ ਰਹੀ ਹੈ। ਜੀ। ਲਕਸ਼ਰੀ ਕੰਜ਼ੰਪਸ਼ਨ ਜਿੰਨੀਆਂ ਨੇ ਉਹ ਸਾਰੀਆਂ ਵਧ ਰਹੀਆਂ, ਇਸੇ ਕਰਕੇ ਘਾਟਾ ਪੈ ਰਿਹਾ ਵੇ। ਜੀ। दूसरा एक चीज़, इतने बिजनेसमैन जड़े हैं, जड़े इंपोर्टर और एक्सपोर्टर्स इतने सिंपल माइंडेड नहीं है जिस तरह असी समझी जाने कि कोई एक रूटीन प्रिंसिपल है उसके मुताबिक चल रहे। बहुत सारे एक्सपोर्टर्स जड़े हैं बड़ी देर तक पैसा अपने को बाहर ही दबा के रखी रखते हैं कि होर शायद कीमत ज़्यादा मिल जाए जी, वो भी उसका हिस्सा पार्ट बनते हैं। पर कल ਦੀਆਂ ਜਿਹੜੀਆਂ ਖਬਰਾਂ ਨੇ, इंपोर्टर्स भी होंगे इस तरह, इंपोर्टर्स भी जल्दी तो जल्दी पैसा इकट्ठा कर लेंगे, कल पैसे असी पूरे देने हैं और रख लिए संभाल के डॉलर जिन्हें रख सकते हैं। और दूसरी एक होर चीज़ है कि जी फॉरेन एक्सचेंज की मार्केट है वो भी अपने आप उस भी बड़ी तगड़ी मैनिपुलेशन है। इस करके जोड़े इंडियन बिजनेस जोड़ा वे ऑन दी होल इसका एथिकल लेवल एक्सट्रीमली लो है, एक्सट्रीमली लो, मतलब इतना ज़्यादा एथिकल लेवल इसका खराब है कि बस इसको कोई बचा नहीं सकता। ਤੁਸੀਂ ਕਹਿੰਦੇ ਆ ਕਿ ਹੁਣ ਸਰਕਾਰ ਕੀ ਕਰੇ? ਸਰਕਾਰ ਇਸ ਨੀਤੀ ਦੇ ਵੱਡੇ ਜਿਹੜੀ ਪੈਰਾਡਾਈਮ ਹੈ ਜਿਸ ਨੂੰ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ ਕਹਿੰਦੇ ਅਸੀਂ, LPG, ਇਸ ਦੇ ਦਾਇਰੇ ਦੇ ਅੰਦਰ ਇਹ ਆਪਣੇ ਆਪ ਨੂੰ ਪੁੱਠਿਆਂ ਵੀ ਟੰਗ ਲੈਣ, ਇਹ ਆਪਣੇ ਸਮੱਸਿਆ ਦਾ ਹੱਲ ਨਹੀਂ ਕਰ ਸਕਣ ਜੀ। ਸਰਬਜੀਤ ਜੀ, ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗਾ ਕਿ ਜਿਵੇਂ ਇਹਨਾਂ ਨੇ ਕਿਹਾ ਕਿ ਇਹ ਜਿਹੜੀ ਜਿਸ ਕਿਸਮ ਦਾ ਰੁਝਾਨ ਚੱਲ ਰਿਹਾ ਇਹਦਾ ਐਥੀਕਲ ਲੈਵਲ ਬਹੁਤ ਲੋ ਹੈ, ਮਤਲਬ ਇਹ ਬਹੁਤ ਆਪ ਹੁਦਰੇ ਢੰਗ ਨਾਲ ਕੰਮ ਕਰਦਾ ਹੈ। ਜਿਵੇਂ ਕੁਝ ਸਾਲਾਂ ਤੋਂ ਅਸੀਂ ਦੇਖ ਰਹੇ ਸੀ ਕਿ ਕੱਚੇ ਤੇਲ ਦੀਆਂ ਜਿਹੜੀਆਂ ਕੀਮਤਾਂ ਨੇ ਇੱਕ ਵਾਰ ਜਿਉਂ ਵਧਣੀਆਂ ਸ਼ੁਰੂ ਹੋਈਆਂ $150 ਦੇ ਕਰੀਬ ਚਲੀ ਗਈ, ਫਿਰ ਮੁੜ ਕੇ ਜਾ ਕੇ ਉਹ 30-35 ਤੇ ਆ ਗਈ। ਇਹ ਉਸੇ ਕਿਸਮ ਦਾ ਹੀ ਆਪ ਹੁਦਰਾਪਣ ਹੁਣ ਅਸੀਂ ਕਰੰਸੀ ਦੇ ਰੂਪ ਦੇ ਵਿੱਚ ਦੇਖ ਰਹੇ ਹਾਂ ਕਿ ਡਾਲਰ ਦੇ ਮਾਮਲੇ 'ਚ, ਜਾਂ ਕੋਈ ਵੱਖਰਾ ਫਰਕ ਹੈ? ਨਹੀਂ, ਇਹਦੇ ਥੋੜਾ ਫਰਕ ਆ ਕਿਉਂਕਿ ਉਹ ਕੰਜ਼ੰਪਸ਼ਨ ਔਰ ਪ੍ਰੋਡਕਸ਼ਨ ਦੀ ਗੱਲ ਸੀ, ਔਰ ਜਿਹੜਾ ਕਰੂਡ ਆਇਲ ਦੀ ਜਿਹੜੀ ਪ੍ਰੋਡਕਸ਼ਨ ਸੀ ਉਹ ਜਿਹੜੀ ਗਲਫ ਵਾਰ ਨਾਲ ਐਸੋਸੀਏਟਡ ਵੀ ਸੀ ਜੀ। ਹੁਣੇ ਜਿਸ ਤਰ੍ਹਾਂ ਮੌਂਟੇਕ ਸਿੰਘ ਆਹਲੂਵਾਲੀਆ ਇਹ ਕਹਿ ਰਹੇ ਨੇ ਕਿ ਜਿਹੜੀ USA ਦੀ ਜਿਹੜੀ ਸਰਕਾਰ ਹੈ ਉਹ ਆਪਣੇ ਸਟੈਪਸ ਲੈ ਰਹੀ ਹੈ ਕਿ ਉਹਨਾਂ ਦੀ ਇਕਨੋਮੀ ਠੀਕ ਹੋ ਜੇ ਜੀ। ਇਹੀ ਸਰਕਾਰ UPA ਜਿਹੜੀ UPA 1 ਦੇ ਦੌਰਾਨ ਔਰ UPA 2 ਇਹ ਕਹਿ ਰਹੇ ਸੀ ਸਾਡੀ ਜਿਹੜੀ ਇਕਨੋਮੀ ਹੈ 9% ਕਦੇ ਕੁਝ % ਦੇ ਉੱਤੇ ਗਰੋ ਕਰ ਰਹੀ ਹੈ ਜੀ। ਸਾਡੀ ਜਿਹੜੀ ਇਕਨੋਮਿਕ ਰਿਫਾਰਮ, ਜਿਸ ਤਰ੍ਹਾਂ ਮਹਿਤਾ ਸਾਹਿਬ ਨੇ ਗੱਲ ਕੀਤੀ ਹੈ, ਜਿੱਦਣ ਦਾ ਇਕਨੋਮਿਕ ਰਿਫਾਰਮਸ ਆਇਆ ਰੁਪਈਆ ਕਮਜ਼ੋਰ ਹੋਇਆ ਜੀ, ਇਨਫਲੇਸ਼ਨ ਵਧੀ ਹੈ ਜੀ, ਇਹੋ ਜਿਹੀਆਂ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਨੈਗੇਟਿਵ ਟ੍ਰੈਂਡਸ ਹੋ ਰਹੇ ਨੇ, ਐਕਸਪੋਰਟਸ ਸਾਡੇ ਘਟ ਰਹੇ ਹੈ, ਇੰਪੋਰਟਸ ਵਧ ਰਹੇ ਹੈ। ਇਹ ਕਿਹੜੇ ਇਕਨੋਮਿਕ ਰਿਫਾਰਮਸ ਔਰ ਰਿਫਾਰਮਸ ਦੇ ਨਾਂ ਦੇ ਉੱਤੇ ਅੱਜ ਤੱਕ ਸਾਡਾ ਕਿਹੜਾ ਸੈਕਸ਼ਨ ਜਿਹੜਾ ਹਿੰਦੁਸਤਾਨ ਦੀ ਕਿਹੜੀ ਪੋਪੂਲੇਸ਼ਨ ਦੀ ਸੈਕਸ਼ਨ ਦਾ ਫਾਇਦਾ ਹੋਇਆ ਜੀ? ਜਿਹੜਾ ਇੱਕ ਤੁਸੀਂ ਸੈਕਸ਼ਨ ਨੂੰ ਆ ਜਿਹੜੀ ਗੱਲ ਕਰਦੇ ਹੋ, ਪਿਛਲੇ ਸਾਲ ਦਾ ਇੱਕ ਛੋਟਾ ਜਿਹਾ ਟਾਈਮ ਨੂੰ ਛੱਡ ਕੇ ਜਦੋਂ ਡਾਲਰ ਪਿੱਛੇ ਗਿਆ ਜੀ,
9/11 ਦੀ ਗੱਲ ਉਹਨਾਂ ਤੇ ਹੋਈ, ਇਰਾਕ ਵਾਰ ਉਹਨਾਂ ਦੇ ਉੱਤੇ ਹੋਈ, ਉਹਨਾਂ ਦੀ ਰਿਸੈਸ਼ਨ ਦਾ ਟਾਈਮ ਆਇਆ, ਅਮਰੀਕਾ ਦਾ ਡਾਲਰ ਕਮਜ਼ੋਰ ਨਹੀਂ ਹੋਇਆ ਜੀ ਸਾਡਾ ਰੁਪਈਆ, ਅਸੀਂ ਇੱਕ ਆਪਣੇ ਆਪ ਨੂੰ ਸੁਪਰ ਪਾਵਰ ਵੀ ਕਹਿ ਰਹੇ ਹਾਂ ਜੀ ਅਸੀਂ ਫਿਊਚਰ ਜਿਹੜੀ ਹੈਗੀ ਆ ਫਿਊਚਰ ਡੈਸਟੀਨੇਸ਼ਨ ਵੀ ਕਹਿ ਰਹੇ ਹਾਂ। ਕਿਸੇ ਟਾਈਮ ਤੇ ਅਸੀਂ ਆਪਣੇ ਆਪ ਨੂੰ ਚਾਈਨਾ ਨੂੰ ਟੱਕਰ ਦੇਣ ਵਾਸਤੇ ਵੀ ਗੱਲ ਕਰ ਰਹੇ ਹਾਂ। ਚਾਈਨਾ ਦਾ ਜਿਹੜਾ ਕਰੰਸੀ ਆ ਉਹ ਇੰਪਰੂਵ ਕਰ ਰਹੀ ਹੈ ਇੰਟਰਨੈਸ਼ਨਲ ਲੈਵਲ ਤੇ, ਸਾਡਾ ਰੁਪਈਆ ਜਿਹੜਾ ਹੈਗਾ ਉਹ ਡਿਕਰੀਜ਼ ਕਰ ਰਿਹਾ। ਅਸੀਂ ਕੱਲ੍ਹ ਨੂੰ ਜਿਹੜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਸੀਂ ਅਪਰੂਵ ਕੀ ਕਰਨਾ ਚਾਹ ਰਹੇ ਹਾਂ ਜੀ। ਪਰ ਗੱਲ ਇਹ ਹੈ, ਮੈਂ ਜਿਹੜੀ ਸਮਝਣਾ ਚਾਹੁੰਦਾ, ਕਿਉਂਕਿ ਮੈਨੂੰ ਇਹ ਬਿਲਕੁਲ ਸਮਝ ਨਹੀਂ ਆਉਂਦਾ ਹੈਗਾ ਕਿ ਇਹਦੇ ਪਿੱਛੇ ਕੋਈ ਦਲੀਲ ਹੈ ਕਿ ਇਹ ਇਸ ਪਾਸੇ ਨੂੰ ਵੱਧ ਰਿਹਾ ਹੈ। ਬਿਲਕੁਲ ਸਾਹਮਣੇ ਹੁਣ ਇਹਦੇ ਜਿਹੜੀ ਇਹਦੇ ਦਲੀਲ ਦੀ ਗੱਲ ਕੀ ਹੈ ਜੀ, ਇਹ ਤਾਂ ਸਾਹਮਣੇ ਪ੍ਰਤੱਖ ਸਾਹਮਣੇ ਪ੍ਰਮਾਣ ਹੋ ਗਿਆ ਕਿ ਜਿਹੜੀ ਸਾਡੀ ਸਰਕਾਰ ਆ ਉਹ ਸਾਡੀ ਹੀ ਨਹੀਂ ਹੈ ਜੀ। ਉਹ ਜਿਹੜਾ ਹੈਗਾ ਇੰਡੀਅਨ ਨੈਸ਼ਨਲ ਇੰਟਰਸਟ ਜਿਹੜਾ ਹੈਗਾ ਵੀ ਤੁਸੀਂ ਉਹਨੂੰ ਪ੍ਰੋਟੈਕਟ ਕਰਨ ਦੇ ਵਿੱਚ ਇਹ ਜਿਹੜੀ ਸਰਕਾਰ ਆ ਉਹ ਕਾਮਯਾਬ ਨਹੀਂ ਹੈਗੀ ਜੀ। ਕਿਸੇ ਲੈਵਲ ਦੇ ਉੱਤੇ ਇਸ ਵੇਲੇ ਇਕਨੋਮਿਕ ਲੈਵਲ ਤੇ, ਪੋਲੀਟੀਕਲ ਲੈਵਲ ਤੇ, ਲੀਡਰਸ਼ਿਪ ਲੈਵਲ ਤੇ, ਸੋਸ਼ਲ ਲੈਵਲ ਤੇ, ਟੋਟਲ ਲਾਅ ਐਂਡ ਆਰਡਰ ਕੋਈ ਵੀ ਫਰੰਟ ਤੇ ਦੇਖ ਲਓ, ਇਹ ਜਿਹੜੀ ਸਰਕਾਰ ਆ, ਮੈਂ ਕੱਲੀ ਰੂਲਿੰਗ ਐਲੀਟ ਜਿਹੜੀ ਇਸ ਦੇਸ਼ ਦੀ ਹੈਗੀ ਜੀ, ਉਹ ਇਸ ਵੇਲੇ ਫੇਲ ਹੋ ਚੁੱਕੀ ਜੀ। ਮੈਮ, ਸਾਡੇ ਮੁਲਕ ਦੇ ਵਿੱਚ ਜਿਹੜੀ ਸਰਕਾਰ ਆ ਉਹਦੇ ਵਿੱਚ ਕਈ ਸਾਡੇ ਅਰਥ ਸ਼ਾਸਤਰੀ ਨੇ ਜਿਨ੍ਹਾਂ ਦੀ ਬਹੁਤ ਸਿਫਤ ਕੀਤੀ ਜਾਂਦੀ ਹੈ ਕਿ ਬਹੁਤ ਮਾਹਰ ਨੇ। ਜਿਹੜਾ ਸਾਡੇ ਵਿੱਤ ਮੰਤਰੀ ਦਾ ਬਿਆਨ ਆਇਆ ਪੀ ਚਿਦੰਬਰਮ ਜੀ ਦਾ, ਉਹਨਾਂ ਨੇ ਇਹ ਕਿਹਾ ਕਿ ਵੀ ਚਿੰਤਾ ਕਰਨ ਦੀ ਲੋੜ ਨਹੀਂ ਹੈਗੀ, ਇਹ ਬਿਲਕੁਲ ਵਕਤੀ ਰੁਝਾਨ ਹੈ। ਪਰ ਉਸ ਦੇ ਨਾਲ ਨਾਲ ਕਈ ਜਿਹੜੇ ਹੋਰ ਮਸਲੇ ਨੇ, ਜਿਵੇਂ HDFC ਨੇ ਕਿਹਾ ਹੈ ਕਿ ਅਗਲੇ ਕੁਝ ਦਿਨਾਂ ਦੇ ਵਿੱਚ 58 ਰੁਪਏ ਹੋ ਜਾਏਗਾ ਡਾਲਰ। ਜਿਹੜੀ HSBC ਹੈ ਉਹ ਕਹਿੰਦੇ ਕਿ ਵੀ ਇਹ ਲਗਾਤਾਰ ਜਿਹੜਾ ਮਹਿੰਗਾਈ ਹੈ ਉਹਨੂੰ ਵਧਾਏਗਾ। ਉਸ ਤੋਂ ਬਿਨਾਂ ਜਿਹੜੀਆਂ ਇੰਟਰਨੈਸ਼ਨਲ ਕ੍ਰੈਡਿਟ ਏਜੰਸੀਜ਼ ਨੇ, ਉਹ ਜਿਵੇਂ ਕ੍ਰੈਡਿਟ ਐਗਰੀਕੋਲ ਹੈ, ਉਹ ਇਹ ਕਹਿ ਰਹੀ ਹੈ ਕਿ 60 ਤੋਂ ਉੱਪਰ ਜਾਏਗਾ ਲਗਾਤਾਰ। ਤੇ ਜਿਹੜੀ ਸਵਿਸ ਕ੍ਰੈਡਿਟ ਹੈ ਉਹ ਇਹ ਕਹਿ ਰਹੀ ਹੈ ਕਿ ਅਗਲੇ 4 ਮਹੀਨਿਆਂ ਦੇ ਵਿੱਚ ਇਹ 61 ਰੁਪਏ ਤੇ 1 ਸਾਲ ਦੇ ਵਿੱਚ 62 ਰੁਪਏ ਹੋ ਜਾਏਗਾ। ਤੇ ਉਸੇ ਤਰੀਕੇ ਨਾਲ ਜਿਹੜੀ HDFC ਆ ਉਹ ਕਹਿ ਰਹੀ ਹੈ ਕਿ 58 ਰੁਪਏ ਹੋ ਜਾਏਗਾ। ਹੁਣ ਕਿਹਦੇ ਤੇ ਯਕੀਨ ਕੀਤਾ ਜਾਵੇ, ਕਿਉਂਕਿ ਹੈ ਤਾਂ ਇਹ ਸਾਰੇ ਆਰਥਿਕ ਮਾਹਰ ਨੇ। ਜਿੱਥੋਂ ਤੱਕ ਇਹ ਜਿਹੜੇ ਐਸਟੀਮੇਟਸ ਆਉਂਦੇ ਨੇ, ਇਹਨਾਂ ਦਾ ਸਵਾਲ ਹੈ, ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਸੋਲਿਡ ਇਕਨੋਮਿਕ ਥਿਉਰੀ ਤੇ ਬੇਸਡ ਹੁੰਦੇ ਹੈ, ਕਿਉਂਕਿ ਤੁਸੀਂ ਦੇਖਿਆ ਹੋਏਗਾ ਕਿ ਅਸੀਂ ਪਿਛਲੇ ਕਈ ਸਾਲਾਂ ਤੋਂ ਆਪਣੇ GDP ਰੇਟ ਆਫ ਗਰੋਥ ਦੀ ਗੱਲ ਕਰਦੇ ਹਾਂ। ਕੋਈ ਕਹਿ ਦਿੰਦਾ 5% ਹੋਏਗਾ, ਕੋਈ ਕਹਿ ਦਿੰਦਾ 8% ਹੋਏਗਾ, 9% ਹੋਏਗਾ, ਐਂਡ these are all conjectures ਜੀ। ਤੇ ਇਸੇ ਤਰ੍ਹਾਂ ਹੀ ਇਹ ਵੀ ਜਿਹੜਾ ਹੈ, ਇਹ ਵੀ ਇੱਕ ਕੰਜੈਕਚਰ ਦੇ ਰੂਪ ਵਿੱਚ ਹੀ ਹੈ, ਕਿਉਂਕਿ ਅਸੀਂ ਹੁਣੇ ਡਿਸਕਸ ਕਰ ਰਹੇ ਸੀ ਪਹਿਲੇ ਕਿ ਇਹ ਸਿਚੁਏਸ਼ਨ ਬਹੁਤ ਕੰਪਲੈਕਸ ਹੈ। ਇਹ ਕੋਈ ਬਹੁਤ ਸਿੰਪਲ ਨਹੀਂ ਹੈ ਅੰਡਰਸਟੈਂਡ ਕਰਨੀ ਪੋਲੀਟੀਕਲ ਇਕੋਨਮੀ ਐਟ ਦ ਇੰਟਰਨੈਸ਼ਨਲ ਲੈਵਲ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਇੱਕ ਫੈਕਟਰ ਹੈ ਜਿਹਦੇ ਕਰਕੇ ਡਾਲਰ ਸਟਰੋਂਗ ਹੋਇਆ ਔਰ ਰੁਪੀ ਵੀਕ ਹੋਇਆ ਹੈ। ਇਹ ਮਲਟੀਪਲਿਸਿਟੀ ਆਫ ਫੈਕਟਰਸ ਹੈ, ਔਰ US ਦੀ ਇਕੋਨਮੀ ਜਿਹੜੀ ਹੈ ਉਹ ਉਹਨੂੰ ਬਹੁਤ ਅੱਛੀ ਤਰ੍ਹਾਂ ਮੈਨੀਪੂਲੇਟ ਕਰਨਾ ਜਾਣਦੇ ਆ ਅਗੇਂਸਟ ਅਦਰ ਕੰਟਰੀਜ਼। ਸੋ ਦੇ ਆਰ ਡੂਇੰਗ ਇਟ ਓਵਰ ਦੇਅਰ। ਉਹਦਾ ਜਿਹੜਾ ਇੰਪੈਕਟ ਹੈ ਉਹ ਸਾਡੇ ਤੇ ਆ ਰਿਹਾ ਹੈ, ਔਰ ਜਿਹਦੀ ਸਾਨੂੰ ਅਜੇ ਕੋਈ ਕਲੈਰਿਟੀ ਨਹੀਂ ਹੈ। ਪਰ ਇੱਕ ਅਰਥ ਸ਼ਾਸਤਰੀ ਦੇ ਤੌਰ ਦੇ ਉੱਤੇ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹਾਂਗਾ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਅਮਰੀਕਾ ਤੇ ਉਹਦੇ ਜਿਹੜੇ ਵਿੱਤੀ ਅਦਾਰੇ ਨੇ ਉਹ ਪੂਰੀ ਜਿਹੜੀ ਕੌਮਾਂਤਰੀ ਮੰਡੀ ਹੈ ਉਹਨੂੰ ਆਪਣੇ ਹਿਸਾਬ ਨਾਲ ਚਲਾਉਂਦੇ ਨੇ, ਤੇ ਸਾਡਾ ਵੀ ਤਾਂ ਪਿਛਲੇ 10-15 ਸਾਲਾਂ ਦਾ ਜਾਂ ਉਹ ਤੋਂ ਲੰਬਾ ਕੋਈ ਅਧਿਐਨ ਹੋਏਗਾ, ਉਹਦੇ ਨਾਲ ਕੁਝ ਤੇ ਅੰਦਾਜ਼ੇ ਬਣਦੇ ਹੋਣਗੇ ਨਾ ਕਿ ਹੁਣ ਇਹ ਇਸ ਪਾਸੇ ਨੂੰ ਜਾਏਗਾ, ਹੁਣ ਇਹ ਇਸ ਪਾਸੇ ਨੂੰ ਜਾਏਗਾ। ਦੇਖੋ ਜੀ, ਜਿੱਥੋਂ ਤੱਕ ਮੇਰਾ ਸਵਾਲ ਹੈ ਇਸ ਚੀਜ਼ ਨੂੰ ਲੈ ਕੇ, ਮੈਂ ਤਾਂ ਇਹ ਸਮਝਦੀ ਹਾਂ ਕਿ ਪਿਛਲੇ 2-3 ਸਾਲਾਂ ਤੋਂ ਅਸੀਂ ਇਹ ਜਿਹੜੀਆਂ ਪ੍ਰਿਡਿਕਸ਼ਨਸ ਕਰਦੇ ਹਾਂ ਇਕਨੋਮਿਕ ਇਸ਼ੂਜ਼ ਨੂੰ ਲੈ ਕੇ, ਇਹ ਅਸੀਂ ਸਿਰਫ ਬਹੁਤ ਹੀ ਸੁਪਰਫਿਸ਼ੀਅਲ ਲੈਵਲ ਤੇ ਕਰਦੇ ਹਾਂ। ਇਹਦੇ ਵਿੱਚ ਕੋਈ ਡਿਟੇਲਡ ਐਨਾਲਿਸਿਸ ਨਹੀਂ ਹੈ। ਇੱਕਦਮ ਕੱਲ ਸ਼ਾਮ ਨੂੰ ਡਾਲਰ 60 ਟੱਚ ਕਰਨਾ ਔਰ ਅੱਜ ਸਵੇਰੇ ਇੰਨੀਆਂ ਸਾਰੀਆਂ ਸਟੇਟਮੈਂਟਸ ਆ ਜਾਣੀਆਂ, ਕਿਸੇ ਨੇ ਕਹਿਣਾ 58, ਕਿਸੇ ਨੇ ਕਹਿਣਾ 61। ਆਈ ਡੋਂਟ ਥਿੰਕ ਦੇयर ਇਜ਼ ਐਨੀ ਐਨਾਲਿਸਿਸ ਇਨਵੋਲਵਡ ਇਨ ਇਟ। ਇਸ ਕਰਕੇ ਇਹ ਬਹੁਤ ਸ਼ਾਰਟ ਟਰਮ ਹੈਗੀਆਂ ਨੇ ਗੱਲਾਂ ਕਰਨ ਵਾਲੀਆਂ, ਮਤਲਬ ਕੁਇਕ ਰਿਐਕਸ਼ਨਸ ਕਹਿ ਲਓ। ਤੇ ਬਾਕੀ ਹੈ ਕਿ ਜਿਹੜਾ ਜਿੱਥੋਂ ਤੱਕ ਸਾਡੇ ਫੋਰਨ ਇੰਸਟੀਟਿਊਸ਼ਨਲ ਇਨਵੈਸਟਰਸ ਦਾ ਸਵਾਲ ਹੈ, ਉਹ ਪੁੱਲ ਆਊਟ ਕਰ ਰਹੇ ਹੈ। ਸਾਡੀ ਕੱਲ ਦੀ ਖਬਰ ਹੈ ਕਿ 2000 ਕਰੋੜ ਕੱਲ ਦੇ ਦਿਨ ਪੁੱਲ ਆਊਟ ਕਰ ਰਹੇ ਨੇ, ਔਰ ਉਹ ਚੀਜ਼ ਜਿਹੜੀ ਹੈ ਉਹ ਵੋਲੇਟਿਲਿਟੀ ਬਹੁਤ ਜ਼ਿਆਦਾ ਇਨਕਰੀਜ਼ ਕਰਦੀ ਹੈ ਕੈਪੀਟਲ ਮਾਰਕੀਟ 'ਚ ਵੀ ਤੇ ਰੁਪੀ ਦੀ ਵੈਲਿਊ 'ਚ ਵੀ। ਉਸ ਵੋਲੇਟਿਲਿਟੀ ਨੂੰ ਅਰੈਸਟ ਕਰਨਾ ਜਿਹੜਾ ਹੈ, ਦੈਟ ਇਜ਼ ਵੈਰੀ ਇੰਪੋਰਟੈਂਟ। ਔਰ ਉਹ ਸੈਬੀ ਨੂੰ, ਉਹ RBI ਨੂੰ, ਜਿੰਨੇ ਰੈਗੂਲੇਟਰਸ ਨੇ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ, ਦੇ ਹੈਵ ਟੂ ਟੇਕ ਸਮ ਸਟੈਪਸ। ਸੋ
ਵੀ ਆਰ ਵੇਟਿੰਗ ਫॉर दैट। ਜੀ ਮੈਂ ਤੁਹਾਡੇ ਕੋਲ ਵਾਪਸ ਆਵਾਂਗਾ ਕਿ ਕਿਸ ਕਿਸਮ ਦੇ ਪਹਿਲ ਕਦਮੀਆਂ ਆਰਬੀਆਈ ਤੋਂ ਲੈ ਕੇ ਜਿਹੜੇ ਸਾਡੇ ਬਾਕੀ ਵਿੱਤੀ ਅਦਾਰੇ ਨੇ ਕਰ ਸਕਦੇ ਨੇ, ਜਦੋਂ ਕਿ ਇਹਦੀਆਂ ਜਿਹੜੀਆਂ ਜੜ੍ਹਾਂ ਨੇ ਉਹ ਕੌਮਾਂਤਰੀ ਪੱਧਰ ਦੇ ਉੱਤੇ ਵੱਖਰੇ ਵੱਖਰੇ ਅਦਾਰਿਆਂ ਨਾਲ ਜੁੜੀਆਂ ਹੋਈਆਂ ਨੇ। ਮਹਿਤਾ ਸਾਹਿਬ, ਮੈਂ ਤੁਹਾਤੋਂ ਇਹ ਜਾਣਨਾ ਚਾਹਾਂਗਾ, ਜਿਵੇਂ ਤੁਸੀਂ ਵੀ ਗੱਲ ਕਹੀ ਹੈ, ਬਾਅਦ ਦੇ ਵਿੱਚ ਸਰਬਜੀਤ ਪੰਧੇਰ ਹੋਣਾ ਨੇ ਵੀ ਗੱਲ ਕਹੀ ਹੈ ਕਿ ਵੀ ਇਹ ਬਹੁਤ ਆਪਹੁਦਰਾਪਣ ਹੈ ਜੋ ਇਹ ਖੁੱਲੀ ਮੰਡੀ ਦੇ ਵਿੱਚ ਚੱਲ ਰਿਹਾ। ਜਦੋਂ ਅਸੀਂ ਇਹਨੂੰ ਕਹਿੰਦੇ ਹਾਂ ਕਿ ਵੀ ਇਹਦਾ ਕੋਈ ਐਥੀਕਲ ਲੈਵਲ ਨਹੀਂ ਹੈ, ਜਿਹੜਾ ਪਿਛਲੇ 20-22 ਸਾਲਾਂ ਦਾ ਜਿਹੜਾ ਸਾਡਾ ਤਜਰਬਾ ਹੈ ਉਹਦੇ ਵਿੱਚੋਂ ਕੁਝ ਚੀਜ਼ਾਂ ਦਾ ਸਾਡੀ ਸਮਝ ਦੇ ਵਿੱਚ ਆਈਆਂ ਹੋਣਗੀਆਂ ਜਿਹਦੇ ਤੋਂ ਅਸੀਂ ਇਹਦੇ ਬਾਰੇ ਅੰਦਾਜ਼ਾ ਲਗਾਈਏ ਕਿ ਇਹ ਰੁਪਈਆ ਹੁਣ ਇੰਨੇ ਸਾਲਾਂ ਦੇ ਵਿੱਚ ਇੰਨਾ ਘਟ ਜਾਏਗਾ ਜਾਂ ਇੰਨਾ ਵੱਧ ਜਾਏਗਾ ਜਾਂ ਕਦੋਂ ਰੁਕੇਗਾ, ਉਹ ਕੀ ਹੈ। ਇੱਕ ਇਹ ਪੱਖ, ਤੇ ਦੂਜੀ ਗੱਲ ਇਹ ਹੈ ਕਿ ਵੀ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਸਾਡੇ ਮੁਲਕ ਦੇ ਵਿੱਚ ਜਦੋਂ ਸਾਡੇ ਵਿੱਤ ਮੰਤਰੀ ਕਹਿੰਦੇ ਨੇ ਕਿ ਵੀ ਚਿੰਤਾ ਦੀ ਲੋੜ ਨਹੀਂ ਹੈਗੀ, ਇਹੀ ਦਲੀਲ ਸਾਡੇ ਪ੍ਰਧਾਨ ਮੰਤਰੀ ਤੋਂ ਲੈ ਕੇ ਵਿੱਤ ਮੰਤਰੀ ਮਹਿੰਗਾਈ ਦੇ ਬਾਰੇ ਵੀ ਦਿੰਦੇ ਰਹੇ ਨੇ। ਇਹਨੂੰ ਉਹਦੀ ਲਗਾਤਾਰਤਾ 'ਚ ਦੇਖਿਆ ਜਾਵੇ ਜਾਂ ਵੱਖਰਾ ਦੇਖਿਆ ਜਾਏ? ਦੇਖੋ, ਇੱਕ ਬੜੀ ਪੁਰਾਣੀ ਹਿੰਦੁਸਤਾਨ ਦੀ ਕਹਾਵਤ ਹੈ, ਵਿਨਾਸ਼ ਕਾਲੇ ਵਿਪਰੀਤ ਬੁੱਧੀ। ਜਿਹੜੀ ਜਿੰਨੇ ਵੀ ਲੋਕ ਦੋਨੋਂ ਧਿਰਾਂ ਵਿੱਚ, ਆਪੋਜੀਸ਼ਨ ਵਿੱਚ ਔਰ ਵਿੱਚ ਡੋਮੀਨੈਂਟ ਹਨ ਹੁਣ ਤੱਕ, ਜੀ ਮੈਨੂੰ ਪਤਾ ਨਹੀਂ ਕਿ ਅਗਲੇ ਇਲੈਕਸ਼ਨ ਬਾਅਦ ਕੀ ਹੋਏਗਾ, ਜੀ, ਲੇਕਿਨ ਹੁਣ ਤੱਕ ਜਿਹੜੇ ਡੋਮੀਨੈਂਟ ਦੋਨੋਂ ਸੈਕਸ਼ਨਸ ਹਨ, ਜੀ, ਇਹ ਜਿਸ ਵਕਤ ਆਪੋਜੀਸ਼ਨ 'ਚ ਹੁੰਦੇ ਨੇ ਤੇ ਪਾਲਿਸੀ ਦਾ ਵਿਰੋਧ ਕਰ ਦਿੰਦੇ, ਜੀ, ਆਪ ਲੈ ਕੇ ਆ ਜਾਂਦੇ। ਜੀ, ਇਹੀ ਡਾਕਟਰ ਮਨਮੋਹਨ ਸਿੰਘ ਜਦੋਂ ਆਪੋਜੀਸ਼ਨ ਦੇ ਲੀਡਰ ਸੀਗੇ ਰਾਜ ਸਭਾ ਵਿੱਚ, ਇਹਨਾਂ ਨੇ ਬਾਲਕੋ ਇੰਡਸਟਰੀ ਜਿਸ ਵੇਲੇ ਪ੍ਰਾਈਵੇਟਾਈਜ਼ ਹੋਣ ਲੱਗੀ ਤੇ ਉਸ ਦੇ ਉੱਪਰ ਬੜੀ ਬਗਾਵਤ ਕੀਤੀ, ਜੀ, ਬੜਾ ਹੱਲਾ ਗੁੱਲਾ ਕੀਤਾ। ਔਰ ਉੱਥੇ ਦਾ ਚੀਫ ਮਿਨਿਸਟਰ ਸੀ ਅਜੀਤ ਜੋਗੀ ਉਸ ਕਾਂਗਰਸ ਦਾ, ਉਸਨੇ ਹੜਤਾਲ ਵੀ ਕਰਵਾਈ ਵਰਕਰਸ ਤੋਂ, ਪਰ ਉਹ ਪ੍ਰਾਈਵੇਟਾਈਜ਼ ਹੋ ਗਿਆ। ਜੀ, ਯਾਨੀ ਇਹਨਾਂ ਦੋਵਾਂ ਦੀ ਤਾਂ ਸਾਂਝ ਹੈ, ਜੀ, ਲੇਕਿਨ ਇਹ ਲੋਕਾਂ ਦੀ ਹਾਲੀ ਸਮਝ ਨਹੀਂ ਆਈ। ਲੋਕਾਂ ਦੀ ਵੀ, ਮੈਂ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਨਹੀਂ ਕਹਿ ਰਿਹਾ ਕਿ ਬੜੇ ਕੋਈ ਦੇਵਤੇ ਹੈ, ਉਹ ਵੀ ਕਾਫੀ ਰੱਜ ਕੇ ਬੇਵਕੂਫ ਹੈ। ਜੀ, ਜੇ ਉਹ ਇੰਨੇ ਬੇਵਕੂਫ ਨਾ ਹੁੰਦੇ ਤੇ ਇਹਨਾਂ ਦੋਨੋਂ ਦੇ ਪਿੱਛੇ ਲੱਗਦੇ ਕਿਉਂ? ਨਹੀਂ, ਪਰ ਇੱਕ ਗੱਲ ਇਹ ਵੀ ਹੈ ਨਾ ਕਿ ਮੈਂ ਜਿਹੜੀ ਗੱਲ ਕਰ ਰਿਹਾ ਕਿ ਵੀ ਜਿਹੜੇ ਬੰਦੇ ਇਸੇ ਗੱਲ ਦਾ ਅਧਿਐਨ ਕਰਦੇ ਨੇ, ਜਿਵੇਂ ਤੁਸੀਂ ਵੀ ਲਗਾਤਾਰ ਇਹ ਦੇਖਦੇ ਹੋ, ਤੁਸੀਂ ਵੀ ਪਿਛਲੇ 22 ਸਾਲਾਂ ਦੇ ਉੱਤੋਂ ਲਗਾਤਾਰ ਇਸ ਦਾ ਅਧਿਐਨ ਕਰ ਰਹੇ ਹੋ, ਕਿ ਆਪਾਂ ਮੰਨ ਲਈਏ ਕਿ ਵੀ ਅਸੀਂ ਹਲੇ ਤੱਕ ਵੀ ਇਸ ਨੂੰ ਸਮਝਣ ਦੇ ਵਿੱਚ ਨਾਕਾਮਯਾਬ ਰਹੇ ਹਾਂ? ਸਮਝਣ ਨਾ ਉਸ ਵਕਤ ਨਾਕਾਮ ਸੀ ਜਦੋਂ ਸ਼ੁਰੂ ਹੋਇਆ, ਤੇ ਨਾ ਹੁਣ ਨਾਕਾਮ। ਜੀ, ਨਾਕਾਮ ਨਹੀਂ ਆ, ਬੇਈਮਾਨ ਆ। ਯਾਨੀ ਸਵਾਲ ਨਾਕਾਮ ਹੋਣ ਦਾ ਨਹੀਂ ਹੈ, ਸਵਾਲ ਯਾਨੀ ਹਿੰਦੁਸਤਾਨ ਦੀ ਸਿਆਸਤ, ਮੈਂ ਸਵਾਲ ਦੁਬਾਰਾ ਦੁਹਰਾਉਣਾ, ਟੋਟਲੀ ਹਾਈਜੈਕਡ ਬਾਈ ਦੀ ਇੰਡਸਟਰੀ ਐਂਡ ਕਾਮਰਸ। ਮੈਂ ਇਹ ਗੱਲ ਕਰ ਰਿਹਾ ਕਿ ਵੀ ਇਹ ਤਾਂ ਮੰਨ ਲਿਆ ਕਿ ਵੀ ਮਤਲਬ ਜਿਹੜੀ ਖੁੱਲੀ ਮੰਡੀ ਆ ਉਹ ਕਿਸ ਤਰੀਕੇ ਦਾ ਵਿਵਹਾਰ ਕਰ ਰਿਹਾ, ਉਹਦੇ ਬਾਰੇ ਇੱਕ ਦਲੀਲ ਉਸਰ ਗਈ ਜਿਹਦੇ ਨਾਲ ਲਗਾਤਾਰ ਤੁਹਾਡੀ ਜਿਹੜੀ ਪੁਸ਼ਟੀ ਹੁੰਦੀ ਜਾ ਰਹੀ ਹੈ ਕਿ ਤੁਹਾਡੀ ਸਮਝ ਦਰੁਸਤ ਸੀਗੀ। ਪਰ ਜਿਹੜਾ ਇਹ ਹੈ ਕਿ ਉਹ ਦਰੁਸਤ ਸਮਝ ਦੇ ਵਿੱਚ ਜਿਹੜੇ ਛੋਟੇ ਛੋਟੇ ਰੁਝਾਨ ਨੇ, ਜਿਵੇਂ ਰੁਪਈਏ ਦੀ ਕੀਮਤ ਦਾ ਘਟਣਾ ਜਾਂ ਵਧਣਾ, ਇਹਦੇ ਬਾਰੇ ਵੀ ਕੋਈ ਠੋਸ ਬਿਆਨਬਾਜ਼ੀ ਕਰਨਾ ਹਲੇ ਤੱਕ ਸੰਭਵ ਨਹੀਂ ਹੋਇਆ। ਇਸ ਪੱਖੋਂ ਮੈਂ ਪੁੱਛ ਰਿਹਾ। ਇਹ ਦੇਖੋ, ਗੱਲ ਇਹ ਹੈ ਕਿ ਹਿੰਦੁਸਤਾਨ ਆਪਣੀ ਕੀਮਤ ਵਧਾਏ ਤਾਂ ਇਹਦੇ ਐਕਸਪੋਰਟ ਘਟ ਜਾਣਗੇ ਜੇ ਇਸ ਦੀ ਵੈਲਿਊ ਵਧੇ ਜੀ, ਕਿਉਂਕਿ ਸਾਡੇ ਨੂੰ ਲਗਾਤਾਰ ਲੋ ਕੁਆਲਿਟੀ ਹੈ ਇੱਕ ਤਾਂ ਸਾਡੇ ਪ੍ਰੋਡਕਟਸ ਦੀ, ਜਿਸ ਕਰਕੇ ਸੰਸਾਰ 'ਚ ਕੰਪੀਟ ਨਹੀਂ ਕਰ ਪਏ। ਜੀ, ਇੱਕ ਜਿਹੜੀ ਸੰਸਾਰ ਦੇ ਵਿੱਚ ਐਕਸਪੋਰਟ ਸਪੇਸ ਹੈ, ਯਾਨੀ ਦੂਸਰੇ ਮੁਲਕਾਂ ਤੋਂ ਜਿਹੜਾ ਮਾਲ ਆਣਾ ਵੇ, ਉਹ ਸਪੇਸ ਬਹੁਤ ਹੱਦ ਤੱਕ ਚਾਈਨਾ ਨੇ ਆਕੂਪਾਈ ਕਰ ਲਈ ਹੈ। ਜੀ, ਜਿਸ ਤਰ੍ਹਾਂ ਅਸੀਂ ਸ਼ੁਰੂ ਵਿੱਚ ਐਕਸਪੋਰਟਸ 20% ਸਾਡੇ ਵੱਧਦੇ ਰਹੇ, ਉਸ ਵਕਤ ਅਸੀਂ ਆਪਣੇ ਜਿਹੜੇ ਸਾਊਥ ਏਸ਼ੀਆ ਦੇ ਨੇਬਰ ਸੀ ਉਹਨਾਂ ਨੂੰ ਮਾਰਕੀਟ ਚੋਂ ਕੱਢ ਦਿੱਤਾ। ਜੀ, ਯਾਨੀ ਪਾਕਿਸਤਾਨ ਦੀ ਕਰੰਸੀ ਸਾਡੇ ਨਾਲੋਂ ਸਟਰੋਂਗਰ ਕਰੰਸੀ ਸੀ ਉਸ ਵੇਲੇ, ਜੀ, ਐਂਡ ਯੈਟ ਦੇ ਵਰ ਏਬਲ ਟੂ ਐਕਸਪੋਰਟ। ਹੁਣ ਤੇ ਉਹਨਾਂ ਦੀ ਕਰੰਸੀ ਲਗਭਗ 100 ਰੁਪਏ ਦੇ ਨਜ਼ਦੀਕ ਪਹੁੰਚਿਆ ਹੋਇਆ ਡਾਲਰ। ਜੀ, ਜੀ, ਯਾਨੀ ਅਸੀਂ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਵਿੱਚ ਤੇ ਸਫਲ ਹੋਏ ਇਸ ਪਾਲਿਸੀ 'ਚ ਆਉਣ ਦੇ ਬਾਅਦ, ਜੀ, ਲੇਕਿਨ ਐਟ ਦੀ ਸੇਮ ਟਾਈਮ ਚਾਈਨਾ ਨੇ ਸਾਡੇ ਲਈ ਸਪੇਸ ਹੀ ਕੋਈ ਨਹੀਂ ਰਹਿਣ ਦਿੱਤੀ। ਜੀ, ਦੂਜੇ ਇਹ ਕਿ ਉਹਨਾਂ ਆਪਣੇ ਦੇਸ਼ਾਂ, ਤੁਸੀਂ ਮਤਲਬ ਸਮਝਦੇ ਹੋ ਕਿ ਅਮਰੀਕਾ ਦੀ ਸਮੱਸਿਆ ਜਾਂ ਯੂਰਪ ਦੀ ਸਮੱਸਿਆ ਹੱਲ ਹੋ ਸਕਦੀ ਹੈ? ਜੀ, ਇਸ ਸਮੱਸਿਆ ਨੇ ਹੱਲ ਨਹੀਂ ਹੋਣਾ। ਜੀ, ਯਾਨੀ ਸਰਮਾਏਦਾਰੀ ਆਪਣੇ ਐਪੈਕਸ ਤੇ ਪਹੁੰਚ ਚੁੱਕੀ ਹੈ, ਸਿਰੇ ਤੇ ਪਹੁੰਚ ਗਈ ਹੈ। ਇਸ ਤੋਂ ਬਾਅਦ ਇਹਨੇ ਥੱਲੇ ਡਿੱਗਣਾ ਹੀ ਡਿੱਗਣਾ ਹਰ ਹਾਲ। ਅਗਰ ਇਸ ਵਕਤ ਕੋਈ ਦੇਸ਼ ਤਰੱਕੀ ਕਰ ਰਹੇ, ਮੇਰੇ ਕੋਲ ਐਗਜ਼ੈਕਟ ਡੇਟਾ ਤਾਂ ਨਹੀਂ ਹੈ, ਉਹ ਤਾਂ ਲੈਟਿਨ ਅਮਰੀਕਾ ਵਾਲੇ ਦੇਸ਼ ਕਰ ਰਹੇ ਹਨ ਜਿਨ੍ਹਾਂ ਨੇ ਪਾਲਿਸੀਜ਼ ਬਿਲਕੁਲ ਇਹਨਾਂ ਦੇ ਉਲਟ ਬਣਾਈਆਂ ਹੋਈਆਂ। ਜੀ, ਯਾਨੀ ਵੈਨੇਜ਼ੁਏਲਾ ਨੂੰ ਦੇਖ ਲਓ, ਤੁਸੀਂ ਬੋਲੀਵੀਆ ਨੂੰ ਦੇਖ ਲਓ, ਕਿਸੇ ਹੋਰ ਕਈ ਮੁਲਕ, ਉਹ ਮੁਲਕ ਜਿਸ ਮੁਲਕ ਵਿੱਚ ਚੀ ਗਵੇਰਾ ਨਾਲ ਉਹ ਦੁਰਗਤ ਕੀਤੀ ਗਈ, ਉਹ ਲੈਫਟ ਜਿੱਤ ਰਿਹਾ ਉੱਥੇ, ਔਰ ਉਹ ਪਾਲਿਸੀਜ਼ ਬਦਲ ਰਹੇ ਨੇ, ਲੋਕਾਂ ਦੀ ਜ਼ਿੰਦਗੀ ਸੁਧਰ ਰਹੀ ਹੈ। ਜੀ, ਯਾਨੀ ਇੱਥੇ ਤੇ ਬਹੁਤ ਦੁਨੀਆ ਇਤਨੀ ਤੇਜ਼ੀ ਨਾਲ ਬਦਲ ਰਹੀ ਹੈ। ਜਿਸ ਵਕਤ ਆਈਡੀਓਲੋਜੀ ਜਿਹੜੀ ਇਹਨਾਂ ਨੇ ਅਡਾਪਟ ਕੀਤੀ ਹੈ, ਜਿੱਥੇ ਲੋਕ ਮਰਨ ਦੇ ਦੰਦੇ ਤੇ ਆਈ ਹੋਈ ਹੈ, ਉਸ ਨੂੰ ਅਡਾਪਟ ਕਰ ਲਿਆ। ਜੀ, ਤੁਹਾਡੀ ਗੱਲ ਸਪਸ਼ਟ ਹੋ ਗਈ। ਸਰਬਜੀਤ ਜੀ, ਜੇ ਆਪਾਂ ਇਸ ਮਾਹੌਲ ਦੇ ਵਿੱਚੋਂ ਦੇਖਣਾ ਹੋਵੇ ਕਿ ਸਾਡਾ ਮੁਲਕ ਕਿਵੇਂ ਨਿਕਲ ਸਕਦਾ ਹੈ, ਕੀ ਸਾਡੇ ਕੋਲ ਬਿਨਾਂ ਕਿਸੇ ਦੂਜੇ ਮੁਲਕ ਦਾ ਸਹਾਰਾ ਲਏ ਕੋਈ ਇਸ ਕਿਸਮ ਦਾ ਰਾਹ ਹੈ? ਸਾਡੇ ਵਿੱਤੀ ਅਦਾਰੇ ਕੁਝ ਇਸ ਕਿਸਮ ਦੀਆਂ ਪਹਿਲ ਕਦਮੀਆਂ ਕਰ ਸਕਦੇ ਨੇ ਜਿਹਦੇ ਨਾਲ ਇਹ ਹਾਲਤ ਬਦਲੇ? ਬਿਲਕੁਲ ਜੀ, ਇਹ ਦੇਖਿਆ ਜਾਵੇ ਦੁਨੀਆ ਦੀ ਸਭ ਤੋਂ ਵੱਡੀ ਮੰਡੀ ਹੈ ਜਿਹੜੀ ਹੈਗੀ ਹੈ, ਸਭ ਤੋਂ ਵੱਡੀ ਮਿਡਲ ਕਲਾਸ ਹਿੰਦੁਸਤਾਨ ਦੇ ਵਿੱਚ ਹੈ, ਜਿਹਦੇ ਕੋਲੇ ਪਰਚੇਜ਼ਿੰਗ ਪਾਵਰ। ਜੀ,
ਔਰ ਜਿਹੜੀ ਜਿਸ ਜਿਹੜੀ ਹੈਗੀ ਆਈਡੀਓਲੋਜੀ ਦੀ ਜਾਂ ਜਿਹੜੀ ਆਪਾਂ ਪ੍ਰਣਾਲੀ ਦੀ ਗੱਲ ਕਰਦੇ ਹਾਂ ਕੈਪੀਟਲਿਜ਼ਮ, ਉਹਦੇ ਵਿੱਚ ਜਿਹੜਾ ਖਰੀਦਦਾਰ ਹੁੰਦਾ ਉਹਦਾ ਬੋਲਬਾਲਾ ਹੁੰਦਾ ਜੀ। ਸਾਨੂੰ ਉਹ ਰਿਸਟੋਰ ਕਰਨ ਦੀ ਲੋੜ ਹੈ ਕਿ ਅਸੀਂ ਆਪਣੇ ਦੇਸ਼ ਦੇ ਵਿੱਚ ਜਿਹੜੇ ਹੈਗੇ, ਜਦੋਂ ਤੁਹਾਡੀ ਆਪਣੀ ਪ੍ਰੋਡਿਊਸ ਦੇ ਆਪਣੇ ਹੀ ਜਿਹੜੇ ਹੈਗੇ ਕੰਜ਼ਿਊਮਰ ਹੈਗੇ ਜੀ, ਤੁਹਾਨੂੰ ਬਾਹਰਲਿਆਂ ਦੇ ਉੱਪਰ ਲੋੜ ਹੀ ਨਹੀਂ ਪੈਂਦੀ ਜੀ। ਔਰ ਮੈਂ ਵਾਪਸ ਇੱਕ ਕਲੀਸ਼ੇਡ ਗੱਲ ਹੈਗੀ ਆ, ਬਟ ਫਿਰ ਵੀ ਦੁਹਰਾਉਣ ਦੇ ਵਿੱਚ ਕੋਈ ਬੜਾ ਗੁਰੇਜ਼ ਨਹੀਂ ਕਰਦਾ। 1947 ਦੇ ਵਿੱਚ ਅਸੀਂ ਇਸ ਵਰਲਡ ਆਰਡਰ ਜਿਹੜਾ ਹੈਗਾ ਜੀ, ਗਲੋਬਲਾਈਜ਼ਡ ਵਰਲਡ ਆਰਡਰ ਤੋਂ ਬਾਹਰ ਇੰਨੀ ਕੁਰਬਾਨੀ ਦੇ ਕੇ ਅਸੀਂ ਬਾਹਰ ਆਏ ਜੀ, ਔਰ ਆਪਣਾ ਦੇਸ਼ ਆਪਣੇ ਹਿਸਾਬ ਨਾਲ ਚਲਾਉਣ ਦੀ ਅਸੀਂ ਇੱਕ ਕੋਸ਼ਿਸ਼ ਕੀਤੀ। ਉਹਨੂੰ ਆਰਾਮ ਨਾਲ ਛੱਡ ਕੇ ਪਰਲੇ ਪਾਸੇ ਹੋ ਗਏ, ਵਾਪਸ ਉਸੇ ਏਜੰਡਾ ਦੇ ਉੱਤੇ ਜਾ ਕੇ। ਮੈਂ ਇਹ ਨਹੀਂ ਕਹਿੰਦਾ ਇੱਕ ਆਈਲੈਂਡ ਬਣ ਕੇ ਚਲੇ ਜਾਓ ਟੈਕਨੋਲੋਜੀਕਲੀ, ਜਾਂ ਜਿਹੜੇ ਇਕਨੋਮਿਕ ਗਰੋਥ ਨੇ ਜਾਂ ਉਹਦੇ 'ਚ ਸਾਰੀ ਜਿਹੜੀ ਹੁੰਦੀ ਆ ਉਹ ਹੋਣੀ ਚਾਹੀਦੀ ਹੈ। ਦੋ ਚੀਜ਼ਾਂ ਸਾਡੇ ਦੇਸ਼ ਨੂੰ ਕਰਨੀਆਂ ਜ਼ਰੂਰੀ ਨੇ, ਇੱਕ ਪ੍ਰੋਡਕਸ਼ਨ ਆਫ ਵੈਲਥ ਐਂਡ ਪ੍ਰੋਡਕਸ਼ਨ ਆਫ ਨੌਲੇਜ ਜੀ। ਐਡਾ ਵੱਡਾ ਦੇਸ਼ ਜਿਹਦੇ ਵਿੱਚ ਇੱਕ 1/6 ਦੁਨੀਆ ਦੀ ਪੋਪੂਲੇਸ਼ਨ ਅਸੀਂ ਇਸ ਦੇਸ਼ 'ਚ ਰਹਿੰਦੀ ਹੋਵੇ, ਨਾ ਅਸੀਂ ਕਿਸੇ ਲੈਵਲ ਦੇ ਉੱਤੇ ਵੈਲਥ ਪ੍ਰੋਡਿਊਸ ਕਰਦੇ ਹਾਂ, ਨਾ ਅਸੀਂ ਨੌਲੇਜ ਪ੍ਰੋਡਿਊਸ ਕਰਦੇ ਹਾਂ। ਉਹ ਦੇਸ਼ ਦੀ ਉਹਦੀ ਕਰੰਸੀ ਇੰਜ ਕਰਕੇ ਬੈਠੀ ਹੋਵੇ, ਉਹ ਦੂਜਿਆਂ ਵੱਲ ਨੂੰ ਝਾਕਦਾ ਹੋਵੇ। ਸਭ ਤੋਂ ਵੱਡੀ ਮੰਡੀ ਜਿਹੜੀ ਹੈਗੀ ਆ ਉਹ ਵੇਚਣ ਵਾਲੇ ਵੱਲ ਨੂੰ ਦੇਖਦੀ ਆ ਵੀ ਤੂੰ ਕਿਹੜੇ ਭਾਅ ਵੇਚੇਗਾ, ਮੇਰੀ ਮਰਜ਼ੀ ਆ ਮੈਂ ਕਿਹੜੇ ਭਾਅ ਖਰੀਦੂੰਗਾ। ਇਹ ਜੇ ਕੈਪੀਟਲਿਸਟ ਮੋਡ ਦੇ ਵਿੱਚ ਜੇ ਚੱਲਣਾ ਵਾ, ਉਸ ਕੈਪੀਟਲਿਸਟ ਮੋਡ ਦੇ ਜਿਹੜਾ ਹੈਗਾ ਬੇਸਿਕ ਲੌਜਿਕ ਹੈਗਾ ਜੀ, ਲੈਟ ਦੀ ਮਾਰਕੀਟ ਡਿਕਟੇਟ ਜੀ। ਮੈਮ, ਜੇ ਇਸ ਵੇਲੇ ਦੇਖਣਾ ਹੋਵੇ ਤੇ ਸਾਡੇ ਜਿਹੜੇ ਵਿੱਤੀ ਅਦਾਰੇ ਨੇ RBI ਤੋਂ ਲੈ ਕੇ ਤਮਾਮ ਜਿਹੜਾ ਸਾਡਾ ਪਲਾਨਿੰਗ ਕਮਿਸ਼ਨ ਹੈ, ਉਹ ਕਿਸ ਕਿਸਮ ਦੀਆਂ ਪਹਿਲ ਕਦਮੀਆਂ ਕਰ ਸਕਦੇ ਨੇ? ਜਿਹੜਾ ਆਪਣਾ ਸਟਾਕ ਐਕਸਚੇਂਜ ਨੂੰ ਰੈਗੂਲੇਟ ਕਰਨ ਲਈ ਸੈਬੀ ਹੈ, ਕੁਝ ਸਟੈਪਸ ਤਾਂ ਉਹ ਲੈ ਸਕਦੇ ਨੇ ਇਹਨੂੰ ਰੈਗੂਲੇਟ ਕਰਨ ਵਾਸਤੇ, ਪਰ ਇਸ ਵਕਤ ਮੈਨੂੰ ਨਹੀਂ ਲੱਗ ਰਿਹਾ ਕਿ ਉਹ ਇਮੀਡੀਏਟਲੀ ਕੁਝ ਕਰ ਸਕਣਗੇ, ਕਿਉਂਕਿ ਜਿਹੜਾ ਪੁੱਲ ਆਊਟ ਹੋ ਰਿਹਾ ਹੈ ਇਹ ਬਹੁਤ ਕੁਇਕ ਰਿਐਕਸ਼ਨ ਦੇ ਵਿੱਚ ਹੋ ਰਿਹਾ ਹੈ। ਮਤਲਬ ਪੁੱਲ ਆਊਟ ਦੇ ਉੱਤੇ ਸਾਡਾ ਕੋਈ ਕੰਟਰੋਲ ਨਹੀਂ, ਔਰ ਇਸੇ ਕਰਕੇ ਅਸੀਂ ਹਮੇਸ਼ਾ ਇਹ ਚੀਜ਼ ਕਹਿੰਦੇ ਹਾਂ ਕਿ ਜਿਹੜਾ ਇਹ ਫੋਰਨ ਇੰਸਟੀਟਿਊਸ਼ਨਲ ਇਨਵੈਸਟਮੈਂਟ ਹੈ, ਜਾਂ ਜਿਹੜਾ ਇਹਨੂੰ ਅਸੀਂ ਹੌਟ ਮਨੀ ਕਹਿੰਦੇ ਹਾਂ, ਜਿਹੜੀ ਆਂਦੀ ਹੈ ਕੈਪੀਟਲ ਮਾਰਕੀਟ ਦੇ ਵਿੱਚ, ਇਹਦਾ ਆਣਾ ਸਾਡੇ ਲਈ ਕੋਈ ਬਹੁਤ ਅੱਛਾ ਨਹੀਂ ਹੈ। ਜਾਂ ਤਾਂ ਜੇ ਆਣੀ ਹੀ ਹੈ ਅੰਡਰ ਕੈਪੀਟਲਿਜ਼ਮ, ਜਾਂ ਤਾਂ ਫੋਰਨ ਡਾਇਰੈਕਟ ਇਨਵੈਸਟਮੈਂਟ ਆਵੇ ਗ੍ਰੀਨਫੀਲਡ ਇਨਵੈਸਟਮੈਂਟ 'ਚ, ਮਤਲਬ ਆ ਕੇ ਇੱਥੇ ਕੁਝ ਸੈਟਅਪ ਕਰਨ ਜਿਹਦੇ ਨਾਲ ਐਮਪਲੋਇਮੈਂਟ ਜਨਰੇਟ ਹੋਏ, ਇਨਕਮ ਜਨਰੇਟ ਹੋਏ, ਜਾਂ ਤਾਂ ਉਹ ਹੋਏ। ਜਾਂ ਫਿਰ ਜਿਹੜੀ ਇਨਵੈਸਟਮੈਂਟ ਆਣੀ ਹੈ ਉਹ ਆਵੇ ਟੈਕਨੋਲੋਜੀ ਦੇ ਵਿੱਚ ਆਵੇ, ਜਾਂ ਕਿਸੇ ਹੋਰ ਚੀਜ਼ 'ਚ ਆਵੇ। ਜਿਹੜੀ ਹੌਟ ਮਨੀ ਆ ਰਹੀ ਹੈ ਨਾ, ਜੋ ਈਸਟ ਏਸ਼ੀਆ ਦੇ ਵਿੱਚ ਹੋਇਆ 98 ਦੇ ਵਿੱਚ, 97 98 ਦੇ ਵਿੱਚ, ਇਹ ਉਸ ਟਾਈਪ ਦੀ ਸਿਚੁਏਸ਼ਨ ਬਣਦੀ ਜਾ ਰਹੀ ਹੈ। ਕਿਉਂਕਿ ਹੌਟ ਮਨੀ ਦਾ ਤਾਂ ਇਹ ਹੈ ਕਿ ਜਦੋਂ ਆਂਦੀ ਜਾਏਗੀ, ਜਦੋਂ ਦਿਲ ਕੀਤਾ ਪੁੱਲ ਆਊਟ ਕਰ ਲੈਣਗੇ ਤੇ ਸਵੇਰੇ ਤੁਸੀਂ ਕ੍ਰੈਸ਼ ਹੋ ਗਏ। ਕੁੱਲ ਮਿਲਾ ਕੇ ਗੱਲ ਇਹ ਹੋਗੀ ਕਿ ਵੀ ਜਿਸ ਹਾਲਾਤ ਦੇ ਵਿੱਚ ਅਸੀਂ ਹੈਗੇ ਆ, ਉਹਦਾ ਕੋਈ ਫੌਰੀ ਹੱਲ ਨਹੀਂ ਸਾਨੂੰ ਦੇਖਣਾ ਚਾਹੀਦਾ, ਉਹਦੇ ਪਿਛਲੇ ਰੁਝਾਨ ਨੂੰ ਵੀ ਸਮਝਣ ਦੀ ਲੋੜ ਹੈ। ਅਸੀਂ ਕੈਪੀਟਲ ਅਕਾਊਂਟ ਕਨਵਰਟੇਬਿਲਿਟੀ ਨੂੰ ਆਪਣੇ ਹੱਥ 'ਚ ਥੋੜਾ ਰੱਖਿਆ ਹੋਇਆ ਹੈ, ਹਾਲਾਂਕਿ ਅਸੀਂ ਫੁੱਲੀ ਕਨਵਰਟੇਬਲ ਨਹੀਂ ਕੀਤਾ ਰੁਪੀ, ਫਿਰ ਵੀ ਸਾਡੀ ਇਹ ਹਾਲਤ ਹੋ ਰਹੀ ਹੈ। ਜੇ ਅਸੀਂ ਬਿਲਕੁਲ ਹੀ ਖੋਲ ਦਿੰਦੇ ਦਰਵਾਜ਼ੇ ਤੇ ਫਿਰ ਤਾਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਮਾੜੀ ਹਾਲਤ ਹੁੰਦੀ ਜੀ। ਮੈਨੂੰ ਲੱਗਦਾ ਕਿ ਇਸੇ ਸਵਾਲ ਨਾਲ ਆਪਾਂ ਇਸ ਪ੍ਰੋਗਰਾਮ ਨੂੰ ਖਤਮ ਕਰਦੇ ਹਾਂ। ਤੁਸੀਂ ਸਾਰੇ ਅੱਜ ਦੀ ਚਰਚਾ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੌਜੂਦਾ ਹਾਲਾਤ ਵਿੱਚੋਂ ਇੱਕ ਗੱਲ ਸਪਸ਼ਟ ਹੈ ਕਿ ਅਰਥਚਾਰੇ ਦੀਆਂ ਤਬਦੀਲੀਆਂ ਅਟੱਲ ਨਹੀਂ ਹਨ। ਇਹਨਾਂ ਨੂੰ ਚਲਾਉਣ ਵਾਲੇ ਵਿੱਤੀ ਅਦਾਰੇ ਨੇ ਜੋ ਤਮਾਮ ਤਰ੍ਹਾਂ ਦੇ ਸਵਾਲਾਂ ਵਿੱਚ ਘਿਰੇ ਹੋਏ ਨੇ। ਕੁਝ ਸਾਲ ਪਹਿਲਾਂ ਜੋ ਤੇਲ ਦੀਆਂ ਕੀਮਤਾਂ ਨਾਲ ਹੋ ਰਿਹਾ ਸੀ, ਉਹ ਹੁਣ ਤਕਰੀਬਨ ਥੋੜ੍ਹੇ ਬਹੁਤੇ ਫਰਕ ਨਾਲ ਰੁਪਏ ਦੀ ਕੀਮਤ ਨਾਲ ਹੋ ਰਿਹਾ ਹੈ। ਮਾਹਰ ਤਾਂ ਕਹਿ ਰਹੇ ਨੇ ਕਿ ਅਗਲੇ 4 ਮਹੀਨਿਆਂ ਵਿੱਚ ਡਾਲਰ ਦੀ ਕੀਮਤ 54-55 ਰੁਪਏ ਦੇ ਕਰੀਬ ਆ ਜਾਏਗੀ। ਕੁਝ ਇਹ ਵੀ ਕਹਿ ਰਹੇ ਨੇ ਕਿ ਵੀ ਇਹ 62 ਰੁਪਏ ਹੋ ਜਾਏਗੀ। ਸਵਾਲ ਇਹ ਹੈ ਕਿ ਜੋ ਮੌਜੂਦਾ ਰੁਝਾਨ ਦਾ ਅੰਦਾਜ਼ਾ ਲਗਾਉਣ ਵਿੱਚ ਨਾਕਾਮਯਾਬ ਰਹੇ ਨੇ, ਉਹਨਾਂ ਦੇ ਅੰਦਾਜ਼ੇ ਉੱਤੇ ਹੁਣ ਕਿਵੇਂ ਯਕੀਨ ਕੀਤਾ ਜਾਏ। ਨਮਸਕਾਰ, ਸਤਿ ਸ੍ਰੀ ਅਕਾਲ, ਖੁਦਾ ਹਾਫਿਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।